ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਹੁਣ ਆਪਣਾ ਸ਼ੁਰੂ ਹੋ ਰਿਹਾ ਹੈ ਜੀ ਜੀਕੇ ਦਾ ਸਟੈਟਿਕ ਜੀਕੇ ਦਾ ਪਾਰਟ ਹੈ ਇਹ। ਸਟੈਟਿਕ ਜੀਕੇ ਦਾ ਸੈੱਟ ਨੰਬਰ 11, ਠੀਕ ਹੈ। ਅਤੇ ਇਹਦੇ ਵਿੱਚ ਆਪਾਂ ਕੀ ਡਿਸਕਸ ਕਰਾਂਗੇ। ਮੈਥ ਦਾ ਲੈਕਚਰ ਲੱਗ ਚੁੱਕਿਆ ਅਤੇ ਜੀਕੇ ਦਾ ਵੀ ਲੱਗ ਜੂ, ਅਤੇ ਇਹਦੇ ਬਾਅਦ ਪੰਜਾਬ ਜੀਕੇ ਦਾ, ਇਹਦੇ ਬਾਅਦ ਕਰੰਟ ਅਫੇਅਰ ਦਾ, ਠੀਕ ਹੈ, ਅਤੇ ਕੰਪਿਊਟਰ ਦਾ ਅਤੇ ਐਗਰੀਕਲਚਰ ਦਾ ਵੀ ਲੈਕਚਰ ਮਿਲੂਗਾ ਭਾਈ ਅੱਜ। ਅਤੇ ਆਹ ਦੇਖੋ ਜੀ 11ਵਾਂ ਨੰਬਰ ਸੈੱਟ ਆ ਗਿਆ। ਜਿਹੜੇ ਪ੍ਰਸ਼ਨ ਵੀ ਮੈਂ ਕਰਵਾ ਰਿਹਾ ਭਾਈ ਇਹ ਨਾ ਐਂ ਸਮਝੋ ਕਿ ਰੱਟੇ ਲਾ ਲਓ, ਰੱਟੇ। ਇਸ ਤੋਂ ਬਾਅਦ ਕੋਈ ਜੀ ਸਕਿਪ ਹੋਣੀ ਨਹੀਂ ਚਾਹੀਦੀ। ਜਿਹੜੇ ਅੱਧੇ ਬੱਚੇ ਕਹਿੰਦੇ ਪਲੀਟੀ ਦੇ ਲੈਕਚਰ ਲਓ, ਪਲੀਟੀ ਦੀ ਵੀ ਤੁਹਾਨੂੰ ਵਿੱਚ ਕਵਰ ਕਰ ਦੂੰਗਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਪਲੀਟੀ ਦਾ ਵੀ ਤੁਹਾਨੂੰ ਪਾ ਦੂੰਗਾ ਮੈਂ MCQ, ਪੋਲੀਟੀਕਲ ਦੇ 20 MCQ ਦਾ ਮਾਈਂਡ ਬਾਅਦ ਸ਼ਾਮ ਨੂੰ ਹੀ ਪਾ ਦਾਂ ਅੱਜ ਮੈਂ, ਠੀਕ ਹੈ। ਥੋੜ੍ਹਾ ਮੋਟਾ ਮੈਨੂੰ ਟਾਈਮ ਦਿਆ ਕਰੋ। ਅਤੇ ਬਸ ਤੁਹਾਨੂੰ ਦੱਸਿਆ ਕਿ 10 ਤਰੀਕ ਤੱਕ ਥੋੜ੍ਹਾ ਜਿਹਾ ਔਖਾ ਮੈਨੂੰ, 9 ਤਰੀਕ ਤੱਕ, 8 ਤੱਕ, ਕਿਉਂਕਿ 8 ਤਰੀਕ ਤੱਕ ਪਟਵਾਰੀਆਂ ਦਾ ਪੇਪਰ ਹੋ ਜਾਊਗਾ। ਇਹਦੇ ਬਾਅਦ ਬੱਚੇ ਹੁਣ ਹਟ ਜਾਣਗੇ, ਤਾਂ ਕਰਕੇ ਫਿਰ ਮੈਂ ਤੁਹਾਡਾ ਲੈਕਚਰ ਚੰਗੀ ਤਰ੍ਹਾਂ ਲਾ ਦਿਆ ਕਰੂੰਗਾ, ਠੀਕ ਹੈ। ਅਤੇ ਉਹਨੇ ਜਿਹੜਾ 3-4 ਵੀਡੀਓ ਨਾਲ ਹੀ ਸਾਰ ਲਿਆ ਕਰੋ। ਦੇਖੋ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਕਿਹੜਾ ਹੈ? ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਭਾਈ। ਕਹਿੰਦੇ ਹਮਿੰਗ ਬਰਡ, ਸਪੈਰੋ, ਸਵਿਫਟ ਜਾਂ ਬਲੂ ਈਗਲ। ਦੱਸੋ ਭਾਈ, ਆਪਦੇ ਵੀ ਦੱਸ ਰਿਹਾ ਕਰੋ ਪੁੱਤਰੋ ਕਿ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਕਿਹੜਾ ਹੈਗਾ। ਤਾਂ ਦੁਨੀਆ ਦਾ ਛੋਟਾ ਪੰਛੀ ਦੱਸੋ ਕਿਹੜਾ ਹੈਗਾ। A ਆਪਸ਼ਨ ਹੈ, B ਆਪਸ਼ਨ ਹੈ, C ਆਪਸ਼ਨ ਹੈ, D ਆਪਸ਼ਨ ਹੈ। ਦੀ ਕਾਪੀ 'ਤੇ ਲਾਇਆ ਕਰੋ ਟਿਕ ਨਾਲ ਦੇ ਨਾਲ। ਤਾਂ ਵੀ ਇਹਦਾ ਸਹੀ ਆਨਸਰ ਹੈਗਾ ਗਾ, ਜਿਹੜੇ ਬੰਦੇ ਨੇ ਆਪਸ਼ਨ ਨੰਬਰ A ਆਨਸਰ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਹਮਿੰਗ ਬਰਡ ਆ ਜਿਹੜਾ ਇਹ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਹੈ। ਇੱਕ ਜਿਹੜੀ ਤੁਹਾਨੂੰ ਹੋਰ ਗੱਲ ਦੱਸਦਾ ਮੈਂ, ਹੋਰ ਖਾਸੀਅਤ ਕੀ ਹੈ। ਸਾਰੇ ਪੰਛੀ ਤਾਂ ਅੱਗੇ ਨੂੰ ਉੱਡਦੇ ਆ, ਹੈ ਨਾ, ਇਹ ਪਿੱਛੇ ਨੂੰ ਭੱਜਦਾ ਹੈਗਾ। ਸਾਰੇ ਪੰਛੀ ਅੱਗੇ ਨੂੰ ਭੱਜਦੇ ਆ ਅਤੇ ਸਾਰੇ ਇਹ ਪੰਛੀ ਜਿਹੜਾ ਗੱਲ ਇਹ ਪਿੱਛੇ ਨੂੰ ਭੱਜਦਾ ਹੈਗਾ। ਇਹ ਤਾਂ ਇਹ ਗੱਲ ਹੈ ਜੀ। ਜੇ ਤੁਹਾਨੂੰ ਪੁੱਛਣਾ ਦੁਨੀਆ ਦਾ ਸਭ ਤੋਂ ਤੇਜ਼ ਪੰਛੀ ਕਿਹੜਾ ਹੈਗਾ, ਦੁਨੀਆ ਦਾ ਸਭ ਤੋਂ ਤੇਜ਼ ਪੰਛੀ ਕਿਹੜਾ, ਉਹ ਹੈਗਾ ਸਵਿਫਟ। ਹੁਣ ਤੁਸੀਂ ਸੁਣਦੇ ਹੋਵੋਗੇ ਆਪਣੀਆਂ ਸਵਿਫਟ ਗੱਡੀਆਂ, ਸਵਿਫਟ ਗੱਡੀ ਹੈ ਹਰੇਕ ਕੋਲ ਸਵਿਫਟ ਹੈਗੀ, ਐਂ ਮੇਰੇ ਕੋਲ ਵੀ ਸਵਿਫਟ ਹੈਗੀ, ਠੀਕ ਹੈ। ਜਿਹੜੀ ਸਵਿਫਟ ਗੱਡੀ ਹੁੰਦੀ ਹੈ ਨਾ, ਨਾਂ ਕਿਉਂ ਰੱਖਿਆ? ਕਿਉਂਕਿ ਜਿਹੜੀ ਸਵਿਫਟ ਗੱਡੀ ਦੀ ਪਿਕਅਪ ਸਾਰੀਆਂ ਗੱਡੀਆਂ ਤੋਂ ਜ਼ਿਆਦਾ ਪਿਕਅਪ ਹੈ ਇਹਦੀ, ਮਤਲਬ ਸਪੀਡ ਵੀ ਬਹੁਤ ਜ਼ਿਆਦਾ ਆ ਗਈ ਸਪੀਡ ਇਹਦੀ ਸਵਿਫਟ ਦੀ। ਤੁਸੀਂ ਆਮ ਵੀ ਸੁਣਿਆ ਹੋਊਗਾ ਕਿ ਸਵਿਫਟ ਦੀ ਗੱਡੀ ਦੇ ਐਕਸੀਡੈਂਟ ਵੀ ਸਭ ਤੋਂ ਵੱਧ ਤਾਂ ਹੀ ਹੁੰਦੇ ਕਿਉਂਕਿ ਇਹਦੀ ਸਪੀਡ ਬਹੁਤ ਜ਼ਿਆਦਾ। ਤਾਂ ਇਹਦੀ ਸਪੀਡ ਉਸ ਹਿਸਾਬ 'ਤੇ ਜਿਵੇਂ ਸਵਿਫਟ ਜਾਨਵਰ ਹੈ ਇੱਕ ਉਹਦੇ ਨਾਂ 'ਤੇ ਰੱਖਿਆ, ਕਿਉਂਕਿ ਸਵਿਫਟ ਜਾਨਵਰ ਜਿਹੜਾ ਦੁਨੀਆ ਦਾ ਸਭ ਤੋਂ ਤੇਜ਼ ਹੈ ਅਤੇ ਇਹ ਆਪਣੀ ਬਹੁਤ ਤੇਜ਼ ਗੱਡੀ ਹੈ, ਠੀਕ ਹੈ। ਸਭ ਤੋਂ ਤੇਜ਼ ਤਾਂ ਕਹਿ ਨਹੀਂ ਸਕਦੇ, ਬਹੁਤ ਤੇਜ਼ ਗੱਡੀ ਹੈ ਆਪਣੀ ਇੰਡੀਆ ਦੇ ਵਿੱਚੋਂ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A। ਇਲਾਹਾਬਾਦ ਦਾ ਕਿਲ੍ਹਾ ਕਿਸ ਨੇ ਬਣਾਇਆ ਸੀ? ਕਹਿੰਦੇ ਜਿਹੜੇ ਇਲਾਹਾਬਾਦ ਦੇ ਵਿੱਚ ਕਿਲ੍ਹਾ ਬਣਿਆ ਹੋਇਆ, ਕਹਿੰਦੇ ਕਿਹਨੇ ਬਣਾਇਆ ਸੀ? ਜਲਾਲੂਦੀਨ ਅਕਬਰ ਨੇ, ਲਾਰਡ ਵਾਇਸਰੋਏ ਨੇ, ਛਤਰਪਤੀ ਸ਼ਿਵਾਜੀ ਨੇ, ਫਿਰੋਜ਼ ਸ਼ਾਹ ਤੁਗਲਕ ਨੇ। ਆਹ ਆਪਸ਼ਨ ਵਿੱਚੋਂ ਕੱਟ ਹੀ ਦਿਓ। ਤਾਂ ਆਨਸਰ ਨੰਬਰ ਆ ਗਿਆ A ਨੰਬਰ ਆਪਸ਼ਨ, ਬਿਲਕੁਲ ਸਹੀ ਆਨਸਰ ਆਪਣਾ, ਠੀਕ ਹੈ। ਜਲਾਲੂਦੀਨ ਅਕਬਰ ਸੀ ਭਾਈ ਜਿਹੜਾ ਉਹਨੇ ਇਲਾਹਾਬਾਦ ਦਾ ਕਿਲ੍ਹਾ ਬਣਾਇਆ ਸੀ। ਇਹ ਗੱਲ ਧਿਆਨ ਦੇ ਦਿਮਾਗ 'ਚ ਬਿਠਾ ਲਓ। ਇਹ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਆਮ ਤੌਰ 'ਤੇ ਪੁੱਛੇ ਜਾਂਦੇ ਆ, ਠੀਕ ਹੈ, ਪੁੱਛੇ ਜਾਂਦੇ ਆ, ਠੀਕ ਹੈ ਪੁੱਤਰੋ। ਕਿਹਨੇ ਬਣਾਇਆ ਸੀ? ਜਲਾਲੂਦੀਨ ਅਕਬਰ ਨੇ ਇਲਾਹਾਬਾਦ ਦਾ ਕਿਲ੍ਹਾ ਬਣਾਇਆ ਸੀ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਕੰਪਿਊਟਰ ਜੋ ਭਾਰਤ ਵਿੱਚ ਬਣਾਇਆ ਗਿਆ, ਇਹ ਕੀ ਕਰਤਾ? ਹਾਂ ਸਰ, ਠੀਕ ਹੈ। ਸਭ ਤੋਂ ਪਹਿਲਾਂ ਕੰਪਿਊਟਰ ਜੋ ਭਾਰਤ ਦੇ ਵਿੱਚ ਬਣਾਇਆ ਗਿਆ, ਕਿਹੜਾ ਕੰਪਿਊਟਰ ਜਿਹੜਾ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਬਣਾਇਆ ਗਿਆ ਸੀ? ਕਹਿੰਦੇ ਸਿਧਾਰਥ, ਮੋਹਨਜੋਦੜੋ, ਹਟੱਪਾ ਕਿ ਪਰਮ। ਇਹ ਵੀ ਕੰਪਿਊਟਰ ਦੇ ਨਾਂ ਰੱਖੇ ਹੋਏ ਇਹਨਾਂ ਨੇ ਵਿੱਚ। ਤਾਂ ਭਾਈ ਜਿਹੜਾ ਭਾਰਤ ਦੇ ਵਿੱਚ ਬਣਾਇਆ ਸੀ, ਦੱਸੋ ਕਿਹੜਾ ਬਣਾਇਆ ਸੀ ਪੁੱਤਰੋ? ਤੁਸੀਂ ਦੱਸਣਾ ਵੀ, ਮੈਂ ਤਾਂ ਦੱਸਦਾ ਨਹੀਂ ਇਹ ਗੱਲ। A ਨੰਬਰ ਆਪਸ਼ਨ ਹੈ, B ਨੰਬਰ ਆਪਸ਼ਨ ਹੈ, C ਨੰਬਰ ਆਪਸ਼ਨ ਹੈ, D ਨੰਬਰ ਆਪਸ਼ਨ ਹੈ। ਲਾ ਲਈਆਂ ਆਪਸ਼ਨ, ਚਲੋ ਦੇਖਦੇ ਕਿਹਦਾ ਸਹੀ ਨਿਕਲਦਾ। ਤਾਂ A ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ। ਜਿਹੜਾ ਭਾਰਤ ਦੇ ਵਿੱਚ ਬਣਾਇਆ ਗਿਆ ਸੀ ਕੰਪਿਊਟਰ, ਉਹ ਸਿਧਾਰਥ ਕੰਪਿਊਟਰ ਦੀ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ। ਓਕੇ, ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਸਿੰਧੂ ਘਾਟੀ ਦੀ ਸੱਭਿਅਤਾ ਦੀ ਸਭ ਤੋਂ ਵੱਡੀ ਸਾਈਟ ਕਿਹੜੀ ਹੈ? ਧਿਆਨ ਨਾਲ ਗੱਲ ਸੁਣਨੀ ਹੈ, ਸਾਈਟ ਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਸਾਈਟ, ਮੈਂ ਸਿਟੀ ਦੀ ਗੱਲ ਨਹੀਂ ਕਰ ਰਿਹਾ। ਦੋ ਚੀਜ਼ਾਂ 'ਚ ਧਿਆਨ ਦੇ ਦੇਣਾ, ਸਾਈਟ ਅਤੇ ਸਿਟੀ 'ਚ ਬੜਾ ਫਰਕ ਹੁੰਦਾ ਗਾ। ਸਾਈਟ ਮਤਲਬ ਇਹ ਸਮਝ ਲਓ ਕਿ ਜਿਵੇਂ ਕੋਈ ਏਰੀਆ ਗਾ, ਸਭ ਤੋਂ ਵੱਡਾ ਏਰੀਆ ਜਾਂ ਕਿਹੜਾ ਸੀ। ਜਿਵੇਂ ਹੁਣ ਮੇਰਾ ਏਰੀਆ ਲਾ ਲਓ ਕਿ ਮੇਰੇ ਏਰੀਏ ਵਿੱਚ ਸਭ ਤੋਂ ਵੱਧ ਏਰੀਆ ਆਹ, ਜਿਵੇਂ ਆਪਾਂ ਕਹਿ ਦਿੰਦੇ ਨੇ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਕਿ ਆਹ ਪਰਸ਼ੁਰਾਮ ਨਗਰ ਹੈਗਾ, ਠੀਕ ਆ, ਆਹ ਪਰਸ਼ੁਰਾਮ ਨਗਰ ਹੈਗਾ, ਆਹ ਥਰਮਲ ਕਲੋਨੀ ਹੈ, ਇਸ ਤਰ੍ਹਾਂ ਨਹੀਂ ਕਹਿੰਦੇ ਹੁੰਦੇ। ਉਸ ਹਿਸਾਬ 'ਤੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਭ ਤੋਂ ਵੱਡੀ ਸਾਈਟ ਸੀ? ਤੇ ਰਾਖੀ ਕਿਹੜੀ, ਮੋਹਨਜੋਦੜੋ, ਧੌਲਗਿਰੀ ਕਿ ਕੋਈ ਨਹੀਂ। ਤਾਂ ਭਾਈ ਸਿੰਧੂ ਘਾਟੀ ਸਭ ਤੋਂ ਵੱਡੀ ਸਾਈਟ ਜਿਹੜੀ ਹੈਗੀ ਸੀ ਉਹ ਹੈਗੀ ਸੀ ਆਪਣੀ A ਨੰਬਰ ਆਪਸ਼ਨ, ਰਾਖੀ ਕਿਹੜੀ ਸਭ ਤੋਂ ਵੱਡੀ ਕੀ ਸੀ? ਸਾਈਟ ਸੀ। ਜੇ ਆਪਾਂ ਸਭ ਤੋਂ ਵੱਡੀ ਸਿਟੀ ਕਿਹੜੀ ਸੀ? ਉਹ ਹੈਗੀ ਸੀ ਮੋਹਨਜੋਦੜੋ, ਜਿੱਥੇ ਸਭ ਤੋਂ ਵੱਡਾ ਇਸ਼ਨਾਨ ਘਰ ਵੀ ਮਿਲਿਆ ਸੀ। ਮੋਹਨਜੋਦੜੋ ਦੇ ਵਿੱਚ ਹੀ ਸਭ ਤੋਂ ਵੱਡਾ ਇਸ਼ਨਾਨ ਘਰ ਮਿਲਿਆ ਹੋਇਆ, ਇਹ ਗੱਲ ਵੀ ਯਾਦ ਰੱਖਣੀ। ਸੂਰਜ ਦਾ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈਗਾ?
ਇਹ ਤੁਹਾਨੂੰ ਪਤਾ ਹੀ ਹੈ, ਬਹੁਤ ਸਾਰੇ ਬੱਚੇ ਨੂੰ ਪਤਾ ਹੋਊਗਾ। ਆ ਗਿਆ ਆਪਣਾ ਸੂਰਜ, ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ, ਬ੍ਰਹਿਸਪਤੀ, ਸ਼ਨੀ, ਅਰਨ, ਵਰਨ। ਠੀਕ ਹੈ, ਸਭ ਤੋਂ ਨੇੜੇ ਕਿਹੜਾ ਗ੍ਰਹਿ ਹੋ ਗਿਆ? ਬੁੱਧ ਗ੍ਰਹਿ ਹੋ ਗਿਆ। ਬਸ ਗੱਲ ਖਤਮ। ਇਹ ਨੰਬਰ ਆਪਸ਼ਨ ਹੈ, ਬਿਲਕੁਲ ਸਹੀ ਆਂਸਰ ਆ ਗਿਆ ਆਪਣਾ। ਬੁੱਧ ਦਾ ਦੂਸਰਾ ਨਾਮ ਕੀ ਇੰਗਲਿਸ਼ 'ਚ ਕੀ ਕਹਿੰਦੇ ਨੇ? ਬੁੱਧ ਨੂੰ ਮਰਕਰੀ। ਠੀਕ ਹੈ, ਇਹਨਾਂ ਵਿੱਚੋਂ ਕਿਹੜੀ ਰੇਂਜ ਇੱਕ ਅਲੱਗ ਰੇਂਜ ਹੈ? ਕਿਹੜੀ ਰੇਂਜ ਇੱਕ ਅਲੱਗ ਰੇਂਜ ਹੈ ਇਹਨਾਂ ਦੇ ਵਿੱਚੋਂ? ਦੱਸੋ। ਸ਼ੈਦਰੀ ਰੇਂਜ, ਅਰਾਵਲੀ ਰੇਂਜ, ਪੀਰ ਪੰਜਾ ਰੇਂਜ ਕਿ ਜਾਸਕਰ ਰੇਂਜ? ਕਿਹੜੀ ਰੇਂਜ ਭਾਈ ਸਭ ਤੋਂ ਅਲੱਗ ਹੈ? ਦੱਸਣਾ ਤੁਸੀਂ। ਅਤੇ ਰੇਂਜਾਂ ਵਾਲੇ ਟੋਪਿਕ ਦੇ ਵਿੱਚ ਇਹ ਜੋਗਰਾਫੀ ਦੇ ਲੈਕਚਰ ਹੈ। ਜੋਗਰਾਫੀ ਦਾ ਲੈਕਚਰ ਤੁਹਾਡਾ ਮੈਂ ਲਾਇਆ ਨਹੀਂ ਹੈਗਾ, ਤਾਂ ਕਰਕੇ ਤੁਹਾਨੂੰ ਇਹ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੋ ਸਕਦੀ ਹੈ। ਠੀਕ ਹੈ, ਪਰ ਉਹ ਪ੍ਰੋਬਲਮ ਆਪਾਂ ਥੋੜ੍ਹੀ ਸਾਰੀ ਕਵਰ ਕਰ ਦਾਂਗੇ, ਟੈਨਸ਼ਨ ਨਾ ਲਓ। ਦੇਖੋ, ਜਿਵੇਂ ਆਪਣਾ ਨਕਸ਼ਾ ਹੈਗਾ ਇੰਡੀਆ ਦਾ, ਆਇਆ ਹੀ ਨਹੀਂ ਹੁੰਦਾ ਆਪਣਾ ਨਕਸ਼ਾ। ਸਹੀ ਬਣ ਕੇ ਦੱਸਿਓ ਮਾੜਾ ਜਿਹਾ ਮੈਨੂੰ। ਆਪਣੇ ਇੰਡੀਆ ਦਾ ਨਕਸ਼ਾ ਹੈਗਾ, ਜਿਹੜੀ ਤਾਂ ਇੱਥੇ ਰੇਂਜ ਆ ਗਈ, ਇੱਥੇ ਜਿਹੜੀ ਰੇਂਜ ਆ ਗਈ ਉਹਨੂੰ ਆਪਾਂ ਕਹਿੰਦੇ ਹਾਂ ਜਾਸਕਰ ਰੇਂਜ। ਇੱਕ ਰੇਂਜ ਇੱਥੇ ਆ ਗਈ, ਉਹਨੂੰ ਆਪਾਂ ਕਹਿੰਦੇ ਹਾਂ ਪੀਰ ਪੰਜਾਲ। ਜੰਮੂ ਕਸ਼ਮੀਰ 'ਚ ਆ ਜਾਂਦੀ ਪੀਰ ਪੰਜਾਲ। ਇਹ ਦੋਵੇਂ ਜਿਹੜੀ ਜਾਸਕਰ ਰੇਂਜ ਹੈ ਅਤੇ ਪੀਰ ਪੰਜਾਲ ਹੈ, ਇਹ ਦੋਨੇ ਜਿਹੜੀਆਂ ਪੁੱਤਰੋਂ ਹੈਗੀਆਂ, ਇਹ ਹਿਮਾਲਿਆ ਦਾ ਪਾਰਟ ਹੈ। ਕਿਹਦਾ? ਹਿਮਾਲਿਆ ਦਾ ਪਾਰਟ। ਇਸ ਤੋਂ ਬਾਅਦ ਇੱਥੇ ਆ ਗਈ ਇੱਕ ਰੇਂਜ, ਇੱਥੇ ਕਿਹੜੀ ਆ ਗਈ? ਅਰਾਵਲੀ ਰੇਂਜ। ਅਰਾਵਲੀ ਰੇਂਜ ਦਾ ਬੱਚੇ ਨੂੰ ਪਤਾ ਹੋਊਗਾ ਕਿ ਕਿੱਥੇ ਹੈ? ਰਾਜਸਥਾਨ ਦੇ ਵਿੱਚ ਹੈ। ਅਰਾਵਲੀ ਰੇਂਜ ਕਿੱਥੇ ਹੈ? ਰਾਜਸਥਾਨ ਦੇ ਵਿੱਚ ਹੈ। ਅਤੇ ਜਿਹੜੀ ਇਹ ਗੱਲ ਕਰ ਰਹੇ ਹੈ ਸ਼ਹਿਦਾਰੀ ਰੇਂਜ, ਇਹ ਤਾਂ ਹੈਗੀ ਹੈ ਜਮ੍ਹਾਂ ਇੱਥੇ। ਇੱਥੇ ਕੀ ਹੈ? ਵੈਸਟਰਨ ਘਾਟ ਹੈ ਇੱਥੇ। ਠੀਕ ਹੈ, ਇੱਥੇ ਕੀ ਹੈ? ਵੈਸਟਰਨ ਘਾਟ ਹੈਗੀ। ਓਕੇ ਪੁੱਤਰੋ, ਤਾਂ ਕਰਕੇ ਵੈਸਟਰਨ ਘਾਟ ਦੇ ਵਿੱਚ ਜਿਹੜੀ ਆ ਜਾਂਦੀ ਹੈ ਉਹ ਹੈਗੀ ਆਪਣੀ ਸ਼ਹਿਦਾਰੀ ਰੇਂਜ। ਇਹਦਾ ਇੱਕ ਤਰ੍ਹਾਂ ਦਾ ਪਠਾਰ ਹੈਗਾ। ਕੀ ਹੈ ਇਹ? ਪਠਾਰ ਹੈ। ਇਹ ਰੇਂਜ ਨਹੀਂ ਹੈਗੀ। ਰੇਂਜ ਤਾਂ ਵੈਸੇ ਕਹਿ ਦਿੰਦੇ ਆ, ਵੈਸੇ ਇੱਕ ਤਰ੍ਹਾਂ ਦੇ ਪਠਾਰਾਂ ਦੇ ਵਿੱਚ ਹੀ ਹੁੰਦੀ ਹੈ। ਪਠਾਰਾਂ ਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆਪਾਂ ਪਲੇਟਿਊ। ਹੁਣ ਜ਼ਿਆਦਾ ਹੋ ਗਿਆ। ਇੱਥੇ ਹੈਗੀ ਜਾਸਕਰ ਰੇਂਜ, ਇਦੋਂ ਬਾਅਦ ਪੀਰ ਪੰਜਾਲ, ਇਦੋਂ ਬਾਅਦ ਅਰਾਵਲੀ ਰੇਂਜ। ਕਈ ਵਾਰੀ ਉਹ ਨਾ ਸੀਕੁਐਂਸ ਦੇ ਵਿੱਚ ਦੇ ਦਿੰਦੇ, ਸੀਕੁਐਂਸ ਦੇ ਵਿੱਚ ਕਿ ਪਹਿਲਾਂ ਕਿਹੜੀ ਰੇਂਜ ਹੁੰਦੀ, ਦੂਜੀ ਕਿਹੜੀ ਹੁੰਦੀ, ਤੀਸਰੀ ਕਿਹੜੀ ਹੁੰਦੀ ਹੈ। ਤਾਂ ਇਹ ਚੀਜ਼ਾਂ ਥੋੜ੍ਹਾ ਜਿਹਾ ਆਪਦੇ ਆਪ ਦੇ ਵਿੱਚ ਖਿਆਲ ਰੱਖਣਾ ਪੁੱਤਰੋ। ਠੀਕ ਹੈ, ਕੀ ਰੱਖਣਾ? ਖਿਆਲ ਰੱਖਣਾ ਗਾ। ਅਤੇ ਇਹਦੇ ਵਿੱਚ ਕਿਹੜੀ ਰੇਂਜ ਨਹੀਂ ਹੈਗੀ? ਉਹ ਹੈ ਨਹੀਂ ਰੇਂਜ ਭਾਈ, ਜਾਸਕਰ ਵੀ ਹੈਗੀ, ਪੀਰ ਪੰਜਾਲ। ਏ ਨੰਬਰ ਆਪਸ਼ਨ। ਠੀਕ ਹੈ, ਏ ਨੰਬਰ ਆਪਸ਼ਨ ਹੈ ਜਿਹੜੀ ਉਹ ਆਪਣੀ ਸ਼ਹਿਦਾਈ ਰੇਂਜ ਹੈਗੀ। ਇਹ ਵੈਸਟਰਨ ਘਾਟ ਦੇ ਵਿੱਚ ਆ ਜਾਂਦੀ ਹੈ। ਇਹ ਰੇਂਜਾਂ ਦੇ ਵਿੱਚ ਨਹੀਂ ਹੁੰਦੀ, ਪਠਾਰਾਂ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਚੰਗੀ ਤਰ੍ਹਾਂ ਪੜ੍ਹ ਲਓ ਪੁੱਤਰੋ। ਇਦੋਂ ਡਿਟੇਲ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੜ੍ਹਾਉਣਾ, ਕਿਉਂਕਿ ਕਿਸੇ ਬੰਦੇ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਤੁਸੀਂ ਕਿੱਥੋਂ ਉੱਠੇ ਹੋ। ਠੀਕ ਹੈ, ਮੈਂ ਤੁਹਾਡੇ ਵਰਗਾ ਹੀ ਹੈਗਾ, ਮੈਨੂੰ ਪਤਾ ਹੈਗਾ ਕਿ ਤੁਹਾਡੀ ਕੀ ਮਜਬੂਰੀ ਹੁੰਦੀ, ਕਿੱਥੇ ਤੁਸੀਂ ਕੀ ਚੀਜ਼ ਭੁੱਲਦੇ ਹੋ। ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਕੀ ਚੀਜ਼ ਭੁੱਲੋਂਗੇ। ਠੀਕ ਹੈ, ਹੁਣ ਅੱਧੇ ਦਿਮਾਗ 'ਚ ਇਹ ਵੀ ਆਇਆ ਹੋਊਗੀ ਜੀ ਜੋਗਰਾਫੀ ਦਾ ਲੈਕਚਰ ਲਾ ਦਿਓ, ਆਹ ਦੇਖ ਕੇ ਤੁਹਾਨੂੰ ਇਹ ਵੀ ਯਾਦ ਆਇਆ ਹੋਊਗਾ। ਭਾਰਤ ਦੇ ਵਿੱਚ ਕਿੰਨੇ % ਜਿਹੜੇ ਲੋਕ ਹੈ ਉਹ ਪਿੰਡਾਂ ਦੇ ਵਿੱਚ ਨਿਵਾਸ ਕਰਦੇ ਆ? 54, 65, 72, 56। ਕਿੰਨੇ % ਲੋਕ ਆ ਭਾਈ ਜਿਹੜੇ ਪਿੰਡਾਂ 'ਚ ਨਿਵਾਸ ਕਰਦੇ ਆ? ਤਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਨਿਵਾਸ ਕਰਦੇ। ਮੇਰੇ ਹਿਸਾਬ 'ਤੇ 20 ਨੰਬਰ ਆਪਸ਼ਨ ਆਨਸਰ ਹੋਣਾ ਚਾਹੀਦਾ। ਹਾਂ, 65% ਲੋਕ ਆ ਜਿਹੜੇ ਉਹ ਪਿੰਡਾਂ 'ਚ ਨਿਵਾਸ ਕਰਦੇ ਆ, ਰੂਰਲ ਏਰੀਆ, ਪਲੱਸ 35% ਲੋਕ ਕਿੱਥੇ ਕਰਦੇ ਆ? ਸ਼ਹਿਰਾਂ ਦੇ ਵਿੱਚ ਨਿਵਾਸ ਕਰਦੇ। ਇਹ ਗੱਲਾਂ ਯਾਦ ਰੱਖਿਓ ਪੁੱਤੋ, ਕਿਤੋਂ ਵੀ ਪ੍ਰਸ਼ਨ ਪੁੱਛ ਸਕਦਾ ਪੇਪਰ, ਤੁਹਾਨੂੰ ਕੋਈ ਪਤਾ ਨਹੀਂ। ਦੇਖੋ ਉਹਨੇ ਕਿਹੜਾ ਮੈਨੂੰ ਪੁੱਛ ਕੇ ਪੇਪਰ ਪਾਉਣਾ ਗਾ। ਇਹਨਾਂ ਦੇ ਵਿੱਚੋਂ ਕਿਹੜੀ ਆਊਟਪੁੱਟ ਡਿਵਾਈਸ ਹੈ? ਕਿਹੜੀ ਆਊਟਪੁੱਟ ਡਿਵਾਈਸ ਹੈ? ਆਊਟਪੁੱਟ ਡਿਵਾਈਸ ਉਹ ਹੁੰਦੀ ਜਿਹੜੀ ਆਪਾਂ ਨੂੰ ਕੋਈ ਚੀਜ਼ ਦਿੰਦੀ ਹੈ, ਉਹਨੂੰ ਆਪਾਂ ਆਊਟਪੁੱਟ ਡਿਵਾਈਸ ਕਹਿੰਦੇ। ਜਿਹੜੀ ਆਪਾਂ ਕੰਪਿਊਟਰ ਵਿੱਚ ਕੋਈ ਚੀਜ਼ ਇਨਪੁੱਟ ਕਰਦੇ ਉਹਨੂੰ ਆਪਾਂ ਇਨਪੁੱਟ ਡਿਵਾਈਸ ਕਹਿੰਦੇ ਹਾਂ। ਆਊਟਪੁੱਟ ਡਿਵਾਈਸ ਕਿਹੜੀ ਇਹਨਾਂ ਦੇ ਵਿੱਚੋਂ? ਮਾਊਸ ਵੀ ਇਨਪੁੱਟ ਡਿਵਾਈਸ ਹੈ, ਟੱਚ ਸਕਰੀਨ ਵੀ ਇਨਪੁੱਟ ਡਿਵਾਈਸ, ਕਿਉਂਕਿ ਟੱਚ ਸਕਰੀਨ ਦੇ ਵਿੱਚ ਜੇ ਆਪਾਂ ਕੁਝ ਇਨਪੁੱਟ ਕਰਾਂਗੇ ਫਿਰ ਹੀ ਆਪਾਂ ਨੂੰ ਆਊਟਪੁੱਟ ਦੇਊਗੀ ਉਹ। ਸਕੈਨਰ ਆ ਜਿਹੜਾ, ਇਹ ਵੀ ਕੀ ਹੈ? ਇੱਕ ਇਨਪੁੱਟ ਡਿਵਾਈਸ ਹੈ। ਪਰ ਜਿਹੜਾ ਫੋਟੋਸਟੇਟ ਵਾਲੀ ਮਸ਼ੀਨ ਹੈ ਉਹ ਆਊਟਪੁੱਟ ਡਿਵਾਈਸ ਹੈ। ਪਲੋਟਰ ਵੀ ਉਹਦੀ ਕੈਟਾਗਰੀ 'ਚ ਆ ਜਾਂਦਾ ਗਾ। ਜਿਹੜੇ ਅੱਜ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਚਾਰਟ ਨਹੀਂ ਬਣਾਉਂਦੇ, ਹੁਣ ਪਹਿਲਾਂ ਚੱਲਦੇ ਹੁੰਦੇ ਟਾਈਲਾਂ ਲੱਗਦੀਆਂ ਹੁੰਦੀਆਂ, ਰੰਗ ਕਰਾਉਂਦੇ ਹੁੰਦੇ, ਹਰੇਕ ਅਗਲਾ ਕੰਮ ਦੇ ਵਿੱਚ ਨਾ ਉਹਦੇ 'ਚ ਨਾ ਟਾਇਲ ਲਾ ਲੈਂਦਾ ਗਾ। ਉਹਦੀ ਟਾਇਲ ਲੱਗਦੀ ਹੈ ਭਾਈ, ਉਹ ਟਾਇਲ ਦੇ ਵਿੱਚ ਚਾਰਟ ਲਾ ਲੈਂਦਾ। ਚਾਰਟ, ਉਹ ਜਿਹੜੇ ਚਾਰਟ ਬਣਦੇ ਆ ਉਹ ਪਲੋਟਰ ਵਿੱਚ ਨਹੀਂ ਬਣਦੇ। ਪਲੋਟਰ ਬਹੁਤ ਵੱਡਾ ਸਾਈਜ਼ ਕ੍ਰੀਏਟ ਕਰਦਾ। ਫਲੈਕਸੀਆਂ ਜਿਹੜੀਆਂ ਬਣਦੀਆਂ ਹੈਗੀਆਂ ਉਹ ਸਾਰੀਆਂ ਪਲੋਟਰ 'ਚ ਹੀ ਬਣਦੀਆਂ ਹੈਗੀਆਂ।
ਇਸ ਤੋਂ ਬਾਅਦ ਅਗਲਾ ਆ ਗਿਆ, ਕਹਿੰਦੇ ਅਫਗਾਨਿਸਤਾਨ ਦੀ ਸੰਸਦ ਨੂੰ ਕੀ ਕਿਹਾ ਜਾਂਦਾ ਹੈਗਾ? ਦੱਸੋ ਜੀ, ਅਫਗਾਨਿਸਤਾਨ ਦੀ ਸੰਸਦ ਨੂੰ ਕੀ ਕਿਹਾ ਜਾਂਦਾ? ਜਿਵੇਂ ਆਪਣੀ ਸੰਸਦ, ਆਪਣੀ ਸੰਸਦ ਨੂੰ ਤਾਂ ਸੰਸਦ ਹੀ ਕਹਿੰਦੇ ਆਪਾਂ, ਪਾਰਲੀਮੈਂਟ ਨੂੰ ਕੀ ਕਹਿੰਦੇ ਆਪਣੀ ਨੂੰ? ਆਪਣੀ ਪਾਰਲੀਮੈਂਟ ਨੂੰ ਕੀ ਕਹਿੰਦੇ ਆਪਾਂ? ਸੰਸਦ ਕਹਿੰਦੇ ਆ। ਇਹਦਾ ਲੈਕਚਰ ਮੈਂ ਲਾਇਆ ਹੋਇਆ, ਚੰਗੀ ਤਰ੍ਹਾਂ ਤੇ ਇੱਕ ਵਾਰੀ ਫੇਰ ਲਾ ਲਿਓ, ਠੀਕ ਹੈ। ਪਾਰਲੀਮੈਂਟ ਨੂੰ ਕੀ ਹੈ? ਸੰਸਦ। ਸੰਸਦ ਕਿਹੜੇ ਆਰਟੀਕਲ 'ਚ ਆਉਂਦੀ ਹੈ? ਆਰਟੀਕਲ 79 ਦੇ ਵਿੱਚ। ਆਰਟੀਕਲ 80 ਦੇ ਵਿੱਚ ਕੀ ਆਉਂਦੀ ਹੈ? ਰਾਜ ਸਭਾ। ਆਰਟੀਕਲ 81 'ਚ ਆਉਂਦੀ ਹੈ ਲੋਕ ਸਭਾ। ਰੱਟੇ ਲਾ ਲਓ ਇਹ ਪ੍ਰਸ਼ਨ ਦੇ ਰੱਟੇ, ਓਕੇ। ਅਫਗਾਨਿਸਤਾਨ ਵਿੱਚ ਸੰਸਦ ਨੂੰ ਕੀ ਕਿਹਾ ਜਾਂਦਾ? ਦੱਸੋ ਭਾਈ ਕੀ ਕਿਹਾ ਜਾਂਦਾ ਅਫਗਾਨਿਸਤਾਨ ਦੇ ਵਿੱਚ ਸੰਸਦ ਨੂੰ? ਸ਼ੋਰਾ, ਮਜਲਿਸ, ਨੈਸ਼ਨਲ ਅਸੈਂਬਲੀ ਜਾਂ ਨਨ ਆਫ ਦੀਜ਼? ਤਾਂ ਇਹਨੂੰ ਕਿਹਾ ਜਾਂਦਾ ਸ਼ੋਰਾ। ਅਫਗਾਨਿਸਤਾਨ ਦੇ ਵਿੱਚ ਸੰਸਦ ਨੂੰ ਸ਼ੋਰਾ ਕਿਹਾ ਜਾਂਦਾ ਹੈਗਾ। ਦੁਨੀਆ ਦੇ ਵਿੱਚ ਸੋਨੇ ਦਾ ਉਤਪਾਦਨ ਸਭ ਤੋਂ ਵੱਧ ਕਿੱਥੇ ਕੀਤਾ ਜਾਂਦਾ? ਦੱਸੋ ਵੀ ਸੋਨਾ ਸਭ ਤੋਂ ਵੱਧ ਉਤਪਾਦਨ ਕਿੱਥੇ ਕੀਤਾ ਜਾਂਦਾ? ਚਾਈਨਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਅਫਰੀਕਾ ਦੇ ਵਿੱਚ? ਦੱਸੋ ਜੀ ਕਿੱਥੇ ਕੀਤਾ ਜਾਂਦਾ? ਬਹੁਤ ਸੌਖਾ ਜਿਹਾ ਸਵਾਲ ਹੈ, ਇੱਕ ਕੋਈ ਵੱਡਾ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਕਿ ਤੁਹਾਨੂੰ ਨਾ ਆਊਗਾ ਕਿਸੇ ਗੱਲੋਂ, ਬਿਲਕੁਲ ਸੌਖਾ ਜਿਹਾ ਸਵਾਲ ਹੈ। ਲਾਓ ਟਿਕ। ਤਾਂ ਬਈ ਇਹਦਾ ਆਨਸਰ ਹੈਗਾ ਸੋਨੇ ਦਾ ਸਭ ਤੋਂ ਵੱਧ ਉਤਪਾਦਨ ਕੀਤਾ ਜਾਂਦਾ ਹੈਗਾ ਇਹ ਨੰਬਰ ਆਪਸ਼ਨ, ਚਾਈਨਾ ਦੇ ਵਿੱਚ। ਓਕੇ ਜੀ, ਚਾਈਨਾ ਦੇ ਵਿੱਚ। ਚਾਈਨਾ ਦੀਆਂ ਕਿੰਨੀਆਂ ਕਰੰਸੀਆਂ ਹੈਗੀਆਂ? 2 ਕਰੰਸੀਆਂ ਚਾਈਨਾ ਦੀਆਂ, ਠੀਕ ਹੈ। ਉਹ 2 ਕਰੰਸੀਆਂ ਨੂੰ ਨਾਂ ਦੱਸ ਦਿਓ। ਇੱਕ ਦਾ ਮੈਂ ਨਾਂ ਦੱਸ ਦਿੰਦਾ, ਰਿਨਮਿਨਬੀ। ਦੂਸਰੀ ਦੱਸ ਦਿਓ, 22 'ਤੇ ਪੈਂਦਾ ਉਹਦਾ ਨਾਮ, ਦੱਸੋ ਦੂਜੀ ਕਿਹੜੀ ਹੈ? ਵਾਟ ਇਜ਼ ਦਾ ਹੈੱਡਕੁਆਟਰ ਆਫ ਸਿਪਰੀ? ਸਿਪਰੀ ਹੈ ਜਿਹੜੀ ਭਾਈ, ਸਿਪਰੀ ਦਾ ਹੈੱਡਕੁਆਟਰ ਕਿੱਥੇ ਹੈਗਾ? ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ। ਇਹ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਆਮ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਿ ਸਿਪਰੀ ਦਾ ਹੈੱਡਕੁਆਟਰ ਕਿੱਥੇ ਹੈ। ਸਿਪਰੀ ਕੀ ਕਰਦਾ ਹੈ? ਸਿਪਰੀ ਦਾ ਕੀ ਕੰਮ ਹੁੰਦਾ? ਜਿਹੜੀ ਆਪਣੀਆਂ ਫੌਜਾਂ ਦਾ ਖਰਚਾ ਹੈ, ਆਪਣੀ ਫੌਜ ਕਿੰਨਾ ਖਰਚਾ ਕਰ ਰਹੀ ਹੈ, ਠੀਕ ਹੈ, ਇਹ ਸਾਰਾ ਜਿਹੜਾ ਕੰਮ ਹੁੰਦਾ ਇਹ ਸਿਪਰੀ ਨੇ ਕੱਢਣਾ ਹੁੰਦਾ। ਕਿ ਫੌਜ ਕਿੰਨਾ ਖਰਚਾ ਕਰ ਰਹੀ ਹੈ। ਹੁਣ ਜਿਵੇਂ ਅੱਜ ਫੌਜ ਦੀ ਲਿਸਟ ਕੱਢੀ ਸੀ ਇਹਨਾਂ ਨੇ ਕਿ ਸਭ ਤੋਂ ਤਕੜੀ ਫੌਜ ਕਿਹਦੀ ਹੈ, 2 ਨੰਬਰ 'ਤੇ ਕਿਹਦੀ ਹੈ? ਸਭ ਤੋਂ ਤਕੜੀ ਫੌਜ ਤਾਂ ਹੈਗੀ ਆਪਣੀ ਅਮਰੀਕਾ ਦੀ। ਅਮਰੀਕਾ ਨੇ ਸਭ ਤੋਂ ਵੱਧ ਖਰਚਾ ਕੀਤਾ ਉਹਦੀ ਫੌਜ 'ਤੇ। 2 ਨੰਬਰ 'ਤੇ ਖਰਚਾ ਕੀਤਾ ਚਾਈਨਾ ਨੇ। ਤੀਜੇ ਨੰਬਰ 'ਤੇ ਖਰਚਾ ਕੀਤਾ ਭਾਰਤ ਨੇ, ਠੀਕ ਹੈ। ਜੇ ਸਿਪਰੀ ਰਿਪੋਰਟ ਪੁੱਛ ਲੈਣਗੇ ਸਭ ਤੋਂ ਵੱਧ ਖਰਚਾ ਕਿਹਨੇ ਕੀਤਾ? ਅਮਰੀਕਾ ਨੇ। ਅਤੇ ਆਪਣੇ ਇੰਡੀਆ ਦਾ ਕਿੰਨਾ ਸਥਾਨ ਉਹਦੇ ਵਿੱਚੋਂ? ਤੀਸਰਾ ਸਥਾਨ ਹੈ ਵੀ ਸਿਪਰੀ ਨੇ ਇੱਕ ਰਿਪੋਰਟ ਕੱਢੀ ਹੈ, ਕਰੰਟ ਅਫੇਅਰ ਦਾ ਕੁਐਸਚਨ ਹੈ ਇਹ, ਠੀਕ ਹੈ। ਇਸ ਤੋਂ ਬਾਅਦ ਸਿਪਰੀ ਦੀ ਫੁੱਲ ਫਾਰਮ ਜ਼ਰੂਰ ਦੇਖੋ। ਸਟਾਕ ਹੋਮ ਇੰਟਰਨੈਸ਼ਨਲ, ਡਾਇਰੈਕਟ ਹੀ ਪੁੱਛ ਲੈਂਦੇ ਹੁੰਦੇ ਕਈ ਵਾਰੀ। ਪੀਸ ਰਿਸਰਚ ਇੰਸਟੀਟਿਊਟ, ਠੀਕ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ, ਇਹ ਸਿਪਰੀ ਦੀ ਫੁੱਲ ਫਾਰਮ ਹੈਗੀ। ਅਤੇ ਸਿਪਰੀ ਦਾ ਹੈੱਡਕੁਆਟਰ ਕਿੱਥੇ ਹੈ ਭਾਈ? ਸਟਾਕਹੋਮ, ਸਵੀਡਨ ਦੇ ਵਿੱਚ। ਸਟਾਕਹੋਮ ਸਵੀਡਨ ਦੇ ਵਿੱਚ ਆ ਜਾਂਦਾ ਹੈਗਾ, ਜਿੱਥੇ ਦਾ ਹੈੱਡਕੁਆਟਰ ਹੈਗਾ। ਓਕੇ ਜੀ, ਕਲੀਅਰ ਹੈ ਇੱਥੋਂ ਤੱਕ? ਹੁਣ ਚੱਲਦੇ ਹਾਂ ਆਪਾਂ ਅੱਗੇ। ਚੇਅਰਮੈਨ ਕੌਣ ਹੈ ਇਹਦਾ? ਚੇਅਰਮੈਨ ਵੀ ਦੇਖ ਲਓ। ਹੁਣ ਚੇਅਰਮੈਨ ਕੌਣ ਹੈ ਇਹਦਾ? ਚੇਅਰਮੈਨ ਹੈਗਾ ਜੈਨ ਐਲੀਆਸਨ। ਅਤੇ ਡਾਇਰੈਕਟਰ ਕੌਣ ਹੈ ਇਹਦਾ? ਚੇਅਰਮੈਨ ਯਾਦ ਕਰੋ, ਡਾਇਰੈਕਟਰ ਭਾਵੇਂ ਰਹਿਣ ਦਿਓ, ਡਾਈਨ ਸਮਿਥ। ਓਕੇ। ਕਿਦੋਂ ਐਸਟੈਬਲਿਸ਼ ਹੋਈ ਸੀ ਇਹ? 1966 ਦੇ ਵਿੱਚ। ਓਕੇ ਜੀ, 1966 ਦੇ ਵਿੱਚ ਇਹ ਐਸਟੈਬਲਿਸ਼ ਹੋਈ ਸੀ। ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ। ਵੀਲਰ ਆਈਲੈਂਡ ਦਾ ਦੂਸਰਾ ਨਾਮ ਕੀ ਹੈਗਾ? 200% ਪੇਪਰ ਦੇ ਵਿੱਚ ਪ੍ਰਸ਼ਨ ਇਹ ਮਿਲੂਗਾ ਤੁਹਾਨੂੰ। ਵੀਲਰ ਆਈਲੈਂਡ ਦਾ ਦੂਸਰਾ ਨਾਮ ਕੀ ਹੈ? ਕਹਿੰਦੇ ਅਬਦੁਲ ਕਲਾਮ, ਸਵਰਾਜ, ਨਹਿਰੂ ਜੇ ਕੋਈ ਨਹੀਂ। ਤਾਂ ਬਈ ਵੀਲਰ ਆਈਲੈਂਡ ਦਾ ਦੂਸਰਾ ਨਾਮ ਹੈਗਾ ਆਪਣਾ ਏ ਨੰਬਰ ਆਪਸ਼ਨ, ਅਬਦੁਲ ਕਲਾਮ। ਕਿੱਥੇ ਆ ਇਹ? ਉੜੀਸਾ ਦੇ ਵਿੱਚ ਹੈਗਾ। ਗੱਲ ਯਾਦ ਰੱਖਣੀ ਹੈ, ਕਿੱਥੇ ਹੈ ਇਹ? ਉੜੀਸਾ ਦੇ ਵਿੱਚ ਹੈਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਈਸਰੋ ਦੀ ਸਥਾਪਨਾ ਕਦੋਂ ਹੋਈ ਸੀ? ਈਸਰੋ ਦੀ ਸਥਾਪਨਾ ਕਦੋਂ ਹੋਈ ਸੀ ਦੱਸੋ? ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਓਕੇ ਦੀ ਫੁੱਲ ਫਾਰਮ ਹੈ। 69, 58, 47, 56 ਕਦੋਂ ਭਾਈ ਐਸਟੈਬਲਿਸ਼ ਹੋਈ ਸੀ ਈਸਰੋ? ਈਸਰੋ ਦਾ ਮੁਖੀ ਕੌਣ ਹੈ ਇਸ ਟਾਈਮ? ਕੇ ਸਿਵਾਨ, ਠੀਕ ਹੈ। ਹੈੱਡਕੁਆਟਰ ਕਿੱਥੇ ਦਾ? ਬੈਂਗਲੁਰੂ। ਐਸਟੈਬਲਿਸ਼ ਹੋਈ ਸੀ ਇਹ ਏ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ। 1969 ਦੇ ਵਿੱਚ ਐਸਟੈਬਲਿਸ਼ ਹੋਈ ਸੀ। 1958 ਦੇ ਵਿੱਚ ਕੀ ਐਸਟੈਬਲਿਸ਼ ਹੋਇਆ ਸੀ? DRDO, DRDO, ਠੀਕ ਹੈ।
डिफरेंस रिसर्च डेवलपमेंट ऑर्गेनाइजेशन DRDO कदों बनी सी 1958 ਦੇ ਵਿੱਚ DRDO बनी सी ਤੇ DRDO ਦਾ ਜਿਹੜਾ ਮੁਖੀ ਹੈ ਚੇਅਰਮੈਨ ਕੌਣ ਹੈ ਸਤੀਸ਼ ਰੈਡੀ ਤੇ ਇਹਦਾ ਹੈੱਡਕੁਆਟਰ ਕਿੱਥੇ ਹੈ DRDO ਦਾ ਨਿਊ ਦਿੱਲੀ ਓਕੇ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਇੰਡੀਆ ਵਿੱਚ ਇਹਨਾਂ ਵਿੱਚ ਕਿਹੜੀ ਟਰਾਫੀ ਨਹੀਂ ਹੈਗੀ ਕਿਹੜੀ ਟਰਾਫੀ ਨਹੀਂ ਖੇਡੀ ਜਾਂਦੀ ਇੰਡੀਆ ਦੇ ਵਿੱਚ ਬਾਈ ਦੱਸੋ ਨੈਟਵੈਸਟ ਟਰਾਫੀ ਵਿਜੇ ਹਜ਼ਾਰੇ ਟਰਾਫੀ IPL ਜਾਂ ਐਸ਼ੇਜ਼ ਸੀਰੀਜ਼ ਕਿਹੜੀ ਟਰਾਫੀ ਨਹੀਂ ਖੇਡੀ ਜਾ ਸਕਦੀ ਵਿਜੇ ਹਜ਼ਾਰਾ ਤਾਂ ਖੇਡੀ ਜਾ ਸਕਦੀ ਹੈ IPL ਵੀ ਆਪਣੇ ਇੰਡੀਆ ਦੇ ਵਿੱਚ ਜਿਹਦਾ 14ਵਾਂ ਸੰਸਕਰਨ ਹੋਇਆ ਕਿ UAE ਦੇ ਵਿੱਚ ਆਹ ਟਰਾਫੀ ਵੀ ਖੇਡੀ ਜਾਂਦੀ ਹੈ ਨੈਟਵੈਸਟ ਐਸ਼ ਲਈ ਪਹਿਲੀ ਵਾਰ ਸੁਣਿਆ ਨਾਮ ਦੇਖ ਕਿਹੜੀ ਆਪਸ਼ਨ ਐਸ਼ ਲਈ ਬਿਲਕੁਲ ਸਹੀ ਆਨਸਰ ਹੈ ਭਾਈ ਜਿਹੜੀ ਐਸ਼ ਲਈ ਟਰਾਫੀ ਹੈ ਇਹ ਆਪਣੇ ਨਹੀਂ ਖੇਡੀ ਜਾ ਸਕਦੀ ਇਹ ਕਿਸੇ ਹੋਰ ਸਟੇਟ 'ਚ ਖੇਡੀ ਜਾ ਸਕਦੀ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ ਠੀਕ ਹੈ ਇੰਨੀ ਬਰੀਕੀ 'ਚ ਜਾਣ ਦੀ ਲੋੜ ਨਹੀਂ ਆਪਾਂ ਨੂੰ। ਕੋਪਾ ਅਮਰੀਕਾ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਜਿਹੜੇ ਕਹਿੰਦੇ ਕੋਪਾ ਕੱਪ ਹੈਗਾ ਇਹ ਕਿਸ ਖੇਡ ਨਾਲ ਸੰਬੰਧਿਤ ਹੈ ਫੁੱਟਬਾਲ ਕ੍ਰਿਕਟ ਟੈਨਿਸ ਕਾਰ ਰੇਸਿੰਗ ਦੱਸੋ ਜੀ ਕਿਹਦੇ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲੀ ਗੱਲ ਮੈਨੂੰ ਫੁੱਟਬਾਲ ਬਾਰੇ ਇੱਕ ਦੋ ਗੱਲਾਂ ਦੱਸੋ ਆਨਸਰ ਕੀ ਹੈ ਫੁੱਟਬਾਲ ਹੀ ਇਹਦਾ ਆਨਸਰ ਠੀਕ ਹੈ ਫੁੱਟਬਾਲ ਹੀ ਹੈ ਭਾਈ ਇਹਦਾ ਆਨਸਰ ਠੀਕ ਹੈ। ਫੁੱਟਬਾਲ ਦੇ ਜਿਹੜੇ ਮੈਚ ਕਰਾਉਂਦੀ ਹੈ ਕੌਣ ਕਰਾਉਂਦੀ ਹੈ ਫੀਫਾ ਦਾ ਹੈੱਡਕੁਆਟਰ ਕਿੱਥੇ ਹੈ ਜ਼ੂਰਿਕ ਸਵਿਟਜ਼ਰਲੈਂਡ ਦੇ ਵਿੱਚ 1904 ਦੇ ਵਿੱਚ ਕੀ ਹੋਈ ਸੀ ਫੀਫਾ ਬਣੀ ਸੀ ਇਸਟੈਬਲਿਸ਼ ਹੋਈ ਸੀ 1904 ਦੇ ਵਿੱਚ। ਹੁਣ ਮੈਨੂੰ ਦੱਸ ਦਿਓ ICC ਦੀ ਫੁੱਲ ਫਾਰਮ ਕੀ ਹੁੰਦੀ ਹੈ ICC ਦੀ ਫੁੱਲ ਫਾਰਮ ਦੱਸੋ ਸਭ ਤੋਂ ਪਹਿਲਾਂ ਮੈਨੂੰ ਕੀ ਹੁੰਦੀ ਹੈ ਫਿਰ ਹੀ ਆਪਾਂ ਇਦੋਂ ਅੱਗੇ ਵਧਾਂਗੇ ਠੀਕ ਹੈ। ICC ਫੁੱਲ ਫਾਰਮ ਭਾਈ ਹੈਗੀ ਇੰਡੀਅਨ ਕੀ ਆ ਸਕਦਾ ਦੱਸੋ ਕ੍ਰਿਕਟ ਕਾਊਂਸਲ ਹੈ ਪਿਛਲਾ ਤਾਂ ਮੈਂ ਦੱਸਤਾ ਤੁਹਾਨੂੰ ਕ੍ਰਿਕਟ ਕਾਊਂਸਲ ਹੈਗਾ ਇਹਦਾ ਮਤਲਬ ਹੈਗਾ ICC ਦਾ ਜਿਹੜੇ ICC ਕ੍ਰਿਕਟ ਦੇ ਮੈਚ ਕਰਾਉਂਦੀ ਹੈ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਠੀਕ ਹੈ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਇਹਦਾ ਪੂਰਾ ਨਾਮ ਆ ਭਾਈ ਠੀਕ ਹੈ। ਅਤੇ ਇਹ ਯਾਦ ਰੱਖਣਾ ਪਿਛਲੀ ਵਾਰ ਪੁੱਛਿਆ ਗਿਆ ਸੀ ਪੇਪਰ ਦੇ ਵਿੱਚ ਇਹ ਪ੍ਰਸ਼ਨ ਚੰਗੀ ਤਰ੍ਹਾਂ ਪੁੱਛਿਆ ਗਿਆ ਸੀ। ਅਤੇ ICC ਦਾ ਹੈੱਡਕੁਆਟਰ ਕਿੱਥੇ ਹੈਗਾ ICC ਦਾ ਹੈੱਡਕੁਆਟਰ ਹੈਗਾ ਦੁਬਈ ਦੇ ਵਿੱਚ ਹੀ ਹੈ ਦੁਬਈ ਦੇ UAE ਦੀ ਦੁਬਈ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਓਕੇ ਜੀ। ਇਹ ਗੱਲ ਯਾਦ ਰੱਖਣਾ 105 ਮੈਂਬਰ ਅੱਜ ਦੇ ਟਾਈਮ ਦੇ ਵਿੱਚ ਇਹਦੇ ਵਿੱਚ ਠੀਕ ਹੈ। ਅਤੇ ਬਸ ਇਹਦੋਂ ਹੋਰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਅਤੇ ਜਿਹੜਾ ਜੇ ਤਕਰੀਬਨ ਪੁੱਛ ਲੈਣੇ ਦਾ ਕਿ ਕੌਣ ਆ ਉਹ CEO ਕੌਣ ਹੈ ਇਹਦਾ ਤਾਂ ਭਾਈ CEO ਇਹਦਾ ਇਸ ਟਾਈਮ ਹੈਗਾ ਜੋਫ ਬਸ ਜੋਫ CEO ਓਕੇ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਸਵਾਲ 'ਤੇ ਅਤੇ ਇੱਕ ਮੈਨੂੰ ਹੋਰ ਦੱਸ ਦਿਓ ਚਾਈਨਾ ਦੀ ਨੈਸ਼ਨਲ ਖੇਡ ਕਿਹੜੀ ਹੈ ਟੇਬਲ ਟੈਨਿਸ। ਦਾ ਹੈੱਡਕੁਆਟਰ ਆਫ ਆਡੀਅੰਸ ਫੈਕਟਰੀ ਬੋਰਡ ਜਿਹੜੀ ਆਪਣੀ ਆਡੀਅੰਸ ਫੈਕਟਰੀ ਬੋਰਡ ਹੈਗੀ ਠੀਕ ਹੈ ਉਹਦਾ ਹੈੱਡਕੁਆਟਰ ਕਿੱਥੇ ਹੈ ਤੁਸੀਂ ਦੱਸਣਾਗਾ 4 ਨੰਬਰ ਆਪਸ਼ਨ ਤੁਹਾਡੇ ਸਾਹਮਣੇ ਹੈ ਕਿਹੜੀਆਂ ਆਪਸ਼ਨ ਆਪਣੇ ਸਾਹਮਣੇ ਇੱਕ ਤਾਂ ਹੈਗੀ ਹੈਦਰਾਬਾਦ ਇੱਕ ਤਾਂ ਹੈਗੀ ਹੈਦਰਾਬਾਦ ਅਤੇ ਇੱਕ ਕੀ ਹੈ ਪਟਨਾ ਇੱਕ ਬਿਹਾਰ ਇੱਕ ਨਾਗਾਲੈਂਡ ਦੱਸੋ ਜੀ ਇਹਨਾਂ ਦੇ ਵਿੱਚੋਂ ਇਹਦਾ ਹੈੱਡਕੁਆਟਰ ਕਿੱਥੇ ਹੈਗਾ ਇਹ ਤੁਸੀਂ ਦੱਸਣਾਗਾ ਬਹੁਤ ਸੌਖਾ ਜਿਹਾ ਸਵਾਲ ਹੈਗਾ। ਦੇਖੋ ਇਹਦਾ ਪਟਨਾ 'ਚ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਪਟਨਾ ਮੈਂ ਸੁਣਿਆ ਨਹੀਂ ਜਦੋਂ ਪਟਨਾ 'ਚ ਨਹੀਂ ਹੋ ਸਕਦਾ ਬਿਹਾਰ 'ਚ ਤਾਂ ਹੋਊਗਾ ਕਿਵੇਂ ਕਿਉਂਕਿ ਪਟਨਾ ਹੀ ਬਿਹਾਰ ਦੀ ਰਾਜਧਾਨੀ ਹੈ। ਨਾਗਾਲੈਂਡ ਤਾਂ ਆ ਨਹੀਂ ਸਕਦਾ ਕਿਉਂਕਿ ਨਾਗਾਲੈਂਡ ਦਾ ਹੋਰ ਪਾਸੇ ਰਹਿ ਜਾਂਦਾ ਅਤੇ ਨਾਗਾਲੈਂਡ ਦੀ ਓਫੀਸ਼ੀਅਲ ਲੈਂਗੁਏਜ ਕੀ ਹੈਗੀ ਇੰਗਲਿਸ਼ ਅਤੇ ਨਾਗਾਲੈਂਡ ਦੀ ਰਾਜਧਾਨੀ ਕੀ ਹੈ ਕੋਹਿਮਾ। ਅਤੇ ਰੌਲਾ ਰਹੇਗਾ ਹੈਦਰਾਬਾਦ ਦਾ ਹੈਦਰਾਬਾਦ ਥੋੜ੍ਹਾ ਵਿਕਸਿਤ ਦੇਸ਼ ਹੈ ਹੈਦਰਾਬਾਦ ਦੇ ਕਲਕੱਤਾ ਦੇ ਵਿੱਚ ਆਡੀਅੰਸ ਫੈਕਟਰੀ ਬੋਰਡ ਦਾ ਕੀ ਹੈਗਾ ਹੈੱਡਕੁਆਟਰ ਹੈ ਜ਼ਰੂਰ ਯਾਦ ਰੱਖਣਾ ਪਈ ਇਹ ਠੀਕ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਸਲੀਪਿੰਗ ਸਟੇਟ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈਗਾ ਸਲੀਪਿੰਗ ਸਟੇਟ ਭਾਰਤ ਦਾ ਸੁੱਤਾ ਹੋਇਆ ਸੁੱਤੀ ਹੋਈ ਸਟੇਟ ਕਿਹੜੀ ਹੈ ਭਾਰਤ ਦੀ ਨਾਗਾਲੈਂਡ ਗੋਆ ਮੱਧ ਪ੍ਰਦੇਸ਼ ਗੁਜਰਾਤ ਦੱਸੋ ਕੀ ਮਤਲਬ ਹੈ ਇਹਦਾ ਸੁੱਤੀ ਹੋਈ ਸਟੇਟ ਕਿਉਂ ਕਹਿੰਦੇ ਆ ਦੇਖੋ ਇਹਦਾ ਸਹੀ ਆਨਸਰ ਹੈਗਾ ਕਿ C ਨੰਬਰ ਆਪਸ਼ਨ ਮੱਧ ਪ੍ਰਦੇਸ਼ ਦਾ ਸਹੀ ਨੰਬਰ ਆਪਸ਼ਨ ਹੈ ਠੀਕ ਹੈ। ਜਿਹੜੀ ਸਲੀਪਿੰਗ ਸਟੇਟ ਹੈ ਇੰਡੀਆ ਦੀ ਉਹ ਕਿਹੜੀ ਹੈ ਭਾਈ ਉਹ ਹੈਗੀ ਆਪਣੀ ਮੱਧ ਪ੍ਰਦੇਸ਼ ਨੂੰ ਸੁੱਤਾ ਹੋਇਆ ਦੇਸ਼ ਕਿਉਂ ਕਿਹਾ ਜਾਂਦਾ ਕਿਉਂਕਿ ਇੱਥੇ ਜੰਗਲ ਸਭ ਤੋਂ ਜ਼ਿਆਦਾ ਜੰਗਲ ਇੱਥੇ ਹੈ ਸਭ ਤੋਂ ਜ਼ਿਆਦਾ ਜੰਗਲ ਆਪਣੇ ਇੰਡੀਆ ਦੇ ਵਿੱਚ ਕਿੱਥੇ ਹੈ ਮੱਧ ਪ੍ਰਦੇਸ਼ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਹੈ ਹੁਸ਼ਿਆਰਪੁਰ ਦੇ ਵਿੱਚ
ओके जी, क्लीयर है। ऑप्शन नंबर सी है बिल्कुल सही आंसर है। इस तो बाद अगला घरां विच जो कंच वरतिया जांदा किस किस्म का हुंदा, कहंदे घरां विच जो कंच वरतिया जांदा गा वो किस किस्म का हुंदा गा। कहंदे पायरेक्स कंच, सोडा कंच, फ्लिंट गलास ਜਾਂ ਕਰੌਕ ਗਲਾਸ। ਜਿਹੜਾ ਆਪਾਂ ਘਰਾਂ ਦੇ ਵਿੱਚ ਕੰਚ ਵਰਤਦੇ ਹਾਂ ਭਾਈ ਉਹ ਹੁੰਦੇ ਆਪਣਾ ਸੋਡਾ ਗਲਾਸ। ਸੋਡਾ ਗਲਾਸ ਕੰਚ ਦੇ ਬਣੇ ਹੁੰਦੇ ਆ ਉਹ ਜਿਹੜੇ ਆਪਣੇ ਘਰ ਨਹੀਂ ਪਾਇਰੈਕਸ ਸੌਰੀ ਪਾਇਰੈਕਸ ਕੰਚ ਹੁੰਦਾ ਜਿਹੜਾ ਉਹ ਆਪਣੇ ਘਰਾਂ ਦੇ ਵਿੱਚ ਬਣੇ ਹੋਏ ਹੁੰਦੇ ਆ। ਠੀਕ ਹੈ ਜੀ, ਇਹ ਯਾਦ ਰੱਖਣੀ ਹੈ ਗੱਲ ਚੰਗੀ ਤਰ੍ਹਾਂ ਨਾਲ। ਇਸ ਤੋਂ ਬਾਅਦ ਪਾਇਰੈਕਸ ਕੰਚ ਹੁੰਦਾ ਜਿਹੜਾ ਆਪਣੇ ਘਰਾਂ ਦੇ ਵਿੱਚ ਗਲਾਸ ਗਲੂਸ ਜਿਹੜੀ ਆਪਣੇ ਕਰੋਕਰੀ ਬਣਦੀ ਸਾਰਾ ਕੁਝ ਘਰਾਂ 'ਚ ਵਰਤਿਆ ਜਾਂਦਾ ਆਪਣੇ ਗਲਾਸ ਕੰਚ ਦੇ ਜਾਂ ਹੋਰ ਵੀ ਕੰਚ ਦੀਆਂ ਚੀਜ਼ਾਂ ਜਿਵੇਂ ਮੱਗ ਮੁੱਗ ਜੇ ਇਹ ਸਾਰੇ ਪਾਇਰੈਕਸ ਕੰਚ ਦੇ ਵਿੱਚ ਆ ਜਾਂਦੇ ਆ। ਠੀਕ ਹੈ, ਸੋਡਾ ਕੰਚ ਕਿਹੜਾ ਹੁੰਦਾ ਹੁਣ ਇਹ ਦੱਸੋ ਮੈਨੂੰ। ਸੋਡਾ ਕੰਚ ਵਿੱਚ ਉਹ ਹੁੰਦਾ ਜਿਹੜਾ ਆਪਾਂ ਲੈਬੋਰਟਰੀ 'ਚ ਨਹੀਂ ਹੁੰਦੇ ਜੋ ਛੋਟੇ ਹੁੰਦੇ ਆਪਣੀ 10ਵੀਂ ਤੇ 11ਵੀਂ ਦੇ ਵਿੱਚ ਆਪਾਂ ਲੈਬ ਦੇ ਵਿੱਚ ਜਾਂਦੇ ਹੁਣ 11ਵੀਂ 12ਵੀਂ ਮੇਰੇ ਕੋਲ ਫਿਜ਼ਿਕਸ ਕੈਮਿਸਟਰੀ ਸੀ ਤਾਂ ਕੈਮਿਸਟਰੀ ਦੀ ਲੈਬ ਦੇ ਵਿੱਚ ਅਸੀਂ ਅਕਸਰ ਜਾਂਦੇ ਰਹਿੰਦੇ ਸੀ ਉੱਥੇ ਜਾ ਕੇ ਪ੍ਰੈਕਟੀਕਲ ਕਰਨੇ ਹੁੰਦੇ ਸਾਡੇ ਪ੍ਰੈਕਟੀਕਲ ਦੇ ਨੰਬਰ ਲੱਗਦੇ ਹੁੰਦੇ ਸੀ। ਠੀਕ ਹੈ, ਅਤੇ ਉਹ ਜਿਹੜੀਆਂ ਪਤਲਾ ਜਿਹਾ ਕੰਚ ਨਹੀਂ ਹੁੰਦਾ ਪਤਲਾ ਜਿਹੜੀਆਂ ਉਹ ਟਿਊਬਵੈੱਲਾਂ ਜਿਹੀਆਂ ਬਣੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਜਿਹਦੇ ਵਿੱਚ ਸੈਂਪਲ 'ਚ ਪਾਉਂਦੇ ਹੁੰਦੇ ਉਹਨੂੰ ਉਹ ਕਹਿੰਦੇ ਗਲਾਸ ਦੀਆਂ ਬਣੀਆਂ ਹੁੰਦੀਆਂ ਸੋਡਾ ਗਲਾਸ ਦੀਆਂ ਬਣੀਆਂ ਹੁੰਦੀਆਂ। ਜਿਹੜਾ ਫਲਾਈਟ ਗਲਾਸ ਹੁੰਦਾ ਕਾਹਦੇ 'ਚ ਵਰਤੇ ਜਾਂਦੇ ਕੈਮਰੇ ਨਹੀਂ ਹੁੰਦੇ ਜਿਹੜੇ ਆਪਣੇ ਕੈਮਰੇ ਹੁੰਦੇ ਆ ਜਾਂ ਕੈਮਰੇ 'ਚ ਜ਼ਿਆਦਾਤਰ ਵਰਤੀਆਂ ਜਾਂਦੀਆਂ ਆਪਣੇ 'ਚ ਮੋਬਾਈਲ ਵਾਲੇ ਕੈਮਰੇ ਹੁੰਦੇ ਜਿਹੜੇ ਦੂਸਰੇ ਚੀਜ਼ ਉਹਨਾਂ 'ਚ ਫਲਾਈਟ ਗਲਾਸ ਵਰਤਿਆ ਜਾਂਦਾ। ਕਰੋਕ ਗਲਾਸ ਜਿਹੜੇ ਆਪਣੇ ਚਸ਼ਮੇ ਬਣੇ ਹੁੰਦੇ ਐਨਕਾਂ ਬਣੀਆਂ ਹੁੰਦੀਆਂ ਐਨਕਾਂ ਦੇ ਵਿੱਚ ਕਿਹੜਾ ਗਲਾਸ ਵਰਤਿਆ ਜਾਂਦਾ ਗਾ ਕਰੋਕ ਗਲਾਸ। ਅਤੇ ਜਿਹੜਾ ਪਾਇਰੈਕਸ ਕੰਚ ਹੈ ਇਹ ਆਪਣੇ ਘਰਾਂ ਦੇ ਵਿੱਚ ਵਰਤਿਆ ਜਾਂਦਾ। ਠੀਕ ਹੈ, ਸੋਡਾ ਗਲਾਸ ਉਹਨੂੰ ਮੈਂ ਦੱਸ ਹੀ ਦਿੱਤਾ ਕਿੱਥੇ ਵਰਤਿਆ ਜਾਂਦਾ ਗਾ ਜਿਹੜੇ ਆਪਣੇ ਲੈਬਾਂ ਲੂਬਾਂ ਦੇ ਵਿੱਚ ਵਰਤਿਆ ਜਾਂਦਾ। ਫਲਿੰਟ ਕੈਮਰੇ ਦੇ ਵਿੱਚ, ਕਰੋਕ ਐਨਕਾਂ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਸਿਲਕ ਪ੍ਰੋਡਿਊਸਿੰਗ ਸਟੇਟ ਕਿਸ ਨੂੰ ਕਿਹਾ ਜਾਂਦਾ ਜਿੱਥੇ ਸਭ ਤੋਂ ਵੱਧ ਸਿਲਕ ਪ੍ਰੋਡਿਊਸ ਕੀਤੀ ਨੇ ਕਰਨਾਟਕਾ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ। ਤਾਂ ਬਈ ਆਪਸ਼ਨ ਨੰਬਰ ਦੱਸੋ ਕਿਹੜਾ ਆਨਸਰ ਸਹੀ ਆਊਗਾ ਇਹਦਾ ਦੱਸੋ ਜੀ ਕਿਹੜਾ ਦਾ ਸਹੀ ਆਨਸਰ ਆਊਗਾ। ਸਿਲਕ ਪ੍ਰੋਡਿਊਸਿੰਗ ਸਟੇਟ ਕਿਹੜੀ ਹੈਗੀ ਆਪਣੀ ਉਹ ਹੈਗੀ ਆ ਏ ਨੰਬਰ ਆਪਸ਼ਨ ਕਰਨਾਟਕਾ। ਕਰਨਾਟਕਾ ਦੇ ਵਿੱਚ ਸਭ ਤੋਂ ਵੱਧ ਸਿਲਕ ਪ੍ਰੋਡਿਊਸ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਲਾਸਟ ਪ੍ਰਸ਼ਨ ਆਪਣਾ ਉਹ ਭਾਰਤੀ ਕ੍ਰਿਕਟਰ ਪਹਿਲੇ ਕੌਣ ਹਨ ਜਿਨ੍ਹਾਂ ਨੇ ਟੈਸਟ ਫਾਰਮੈਟ ਦੇ ਵਿੱਚ ਸਭ ਤੋਂ ਪਹਿਲਾਂ ਸੈਂਚੁਰੀ ਮਾਰੀ ਸੀ। ਲਾਲਾ ਅਮਰਨਾਥ, ਸੁਨੀਲ ਗਵਾਸਕਰ, ਰਵੀ ਸ਼ੰਕਰ ਅਤੇ ਕੋਈ ਨਹੀਂ। ਤਾਂ ਭਾਈ ਉਹ ਬੰਦਾ ਜਿਹਨੇ ਭਾਰਤ ਦੇ ਵਿੱਚ ਟੈਸਟ ਫਾਰਮੈਟ ਦੇ ਵਿੱਚ ਸਭ ਤੋਂ ਪਹਿਲਾਂ ਸੈਂਚੁਰੀ ਮਾਰੀ ਸੀ ਉਹ ਹੈਗਾ ਸੀ ਆਪਣਾ ਲਾਲਾ ਅਮਰਨਾਥ। ਬਿਲਕੁਲ ਸਹੀ ਆਨਸਰ ਹੈ ਲਾਲਾ ਅਮਰਨਾਥ ਇਹਦਾ ਸਹੀ ਆਨਸਰ ਹੈ ਭਾਈ। ਉਹਨੇ ਸਭ ਤੋਂ ਪਹਿਲਾਂ ਟੈਸਟ ਦੇ ਵਿੱਚ ਸੈਂਚੁਰੀ ਮਾਰੀ ਸੀ। ਇਸ ਤੋਂ ਬਾਅਦ ਅਗਲਾ ਸਵਾਲ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਭਾਈ। ਠੀਕ ਹੈ, ਅਤੇ ਇਹ ਚੰਗੀ ਤਰ੍ਹਾਂ ਰੱਟਾ ਲਾ ਲਓ ਇਹਦਾ। ਠੀਕ ਹੈ, ਚੰਗੀ ਤਰ੍ਹਾਂ ਰੱਟਾ ਲਾ ਲਓ ਇਹ ਪ੍ਰਸ਼ਨ ਦਾ। G7 ਕਦੋਂ ਬਣੀ ਸੀ? G7 ਕਦੋਂ ਬਣੀ ਸੀ ਇਹਦਾ ਰੱਟਾ ਲਾ ਲਓ ਦੱਸੋ ਕਦੋਂ ਬਣੀ ਸੀ। 1960 ਦੇ ਵਿੱਚ ਬਣੀ ਸੀ, 1975 ਦੇ ਵਿੱਚ ਬਣੀ ਸੀ, 1890 ਦੇ ਵਿੱਚ ਬਣੀ ਸੀ ਕਿ 2000 ਦੇ ਵਿੱਚ ਬਣੀ ਸੀ। ਠੀਕ ਹੈ, ਚੰਗੀ ਤਰ੍ਹਾਂ ਭਾਈ ਦੱਸੋ ਕਿੱਥੇ ਬਣੀ ਸੀ ਇਹ G7 ਕਿੱਥੇ ਬਣੀ ਸੀ। ਅਤੇ ਜਿਹੜੀ ਭਾਈ ਇਹ G7 ਹੈ ਇਹ ਆਪਣੀ ਬਣੀ ਸੀ ਬੀ ਨੰਬਰ ਆਪਸ਼ਨ ਦੇ ਵਿੱਚ 1975 ਦੇ ਵਿੱਚ ਆਪਣੀ G7 ਬਣੀ ਸੀ। ਇਹ ਗੱਲ ਯਾਦ ਰੱਖਣੀ ਹੈ ਚੰਗੀ ਤਰ੍ਹਾਂ। ਅਤੇ ਇਹਦੇ ਵਿੱਚ ਕਿੰਨੀਆਂ ਦੇਸ਼ ਆ G7 ਦਾ ਮਤਲਬ ਕੀ ਹੈਗਾ G7 ਦਾ ਮਤਲਬ ਇਹ ਕਿ 7 ਕੰਟਰੀਆਂ ਹੈਗੀਆਂ। ਉਹ 7 ਕੰਟਰੀਆਂ ਕਿਹੜੀਆਂ ਹੈਗੀਆਂ ਉਹ ਦੱਸੋ ਜੀ ਕਿਹੜੀਆਂ 7 ਕੰਟਰੀਆਂ ਹੋ ਸਕਦੀਆਂ ਹੈਗੀਆਂ ਤੁਸੀਂ ਦੱਸਣੇ 7 ਕੰਟਰੀਆਂ ਦੇ ਨਾਮ ਕਿਉਂਕਿ ਹੁਣ ਜੇ ਮੈਂ ਤਾਂ ਦੱਸ ਹੀ ਦੇਣਾ ਤੁਹਾਨੂੰ ਰੌਲਾ ਤਾਂ ਤੁਹਾਡਾ ਹੈਗਾ। ਦੇਖੋ ਕੈਨੇਡਾ, ਫਰਾਂਸ, ਜਰਮਨੀ, ਇਟਲੀ, UK ਅਤੇ USA। 1 2 3 4 5 6 ਕਿਹੜੀ ਰਹਿ ਗਈ ਹੁਣ ਕੈਨੇਡਾ ਵੀ ਹੋ ਗਿਆ, ਇੱਕ ਫਰਾਂਸ ਸੀ, ਇੱਕ ਕੈਨੇਡਾ ਸੀ, ਇੱਕ ਜਰਮਨੀ ਸੀ, ਇੱਕ ਇਟਲੀ ਸੀ, ਹਾਂ ਇੱਕ ਜਪਾਨ ਸੀ। ਠੀਕ ਹੈ, ਅਤੇ ਇਹ ਕੀ ਸੀ ਭਾਈ ਆਪਣੀਆਂ G7 ਦੇ ਸਾਰੇ ਉਹ ਹੈਗੇ ਨੈਸ਼ਨ ਆ ਜਿਹੜੀ G7 ਆਪਣੀ ਬਣੀ ਹੋਈ ਹੈ 1975 'ਚ ਬਣੀ ਸੀ ਭਾਈ ਇਹ। ਠੀਕ ਹੈ, ਅਤੇ ਆਹ ਭਾਈ ਇਹਨਾਂ ਦੀ ਜਿਹੜੀਆਂ 7 ਕੰਟਰੀਆਂ ਜਿਹੜੀਆਂ ਇਹਨਾਂ ਦੀਆਂ ਮਤਲਬ ਦੇਸ਼ ਹੈ ਇਹ ਭਾਈ 7 ਕੰਟਰੀਆਂ ਦੇ। ਠੀਕ ਹੈ, ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ G7 ਦਾ UK ਦੇ ਵਿੱਚ, ਯੂਨਾਈਟਿਡ ਕਿੰਗਡਮ। UK ਨੂੰ ਬ੍ਰਿਟੇਨ ਕਹਿ ਦਿੰਦੇ ਆ, ਇਸ ਨੂੰ ਇੰਗਲੈਂਡ ਕਹਿ ਦਿੰਦੇ ਆ। ਠੀਕ ਹੈ, ਇੱਕ ਦੇਸ਼ ਦੀ 3 ਨਾਮ ਹੈ ਜੀ। ਠੀਕ ਹੈ, ਸਭ ਤੋਂ ਜ਼ਿਆਦਾ ਜਿਹੜਾ ਆਪਣਾ ਲਿੱਤਾ ਗਾ UK ਤੋਂ ਲਿੱਤਾ ਸਭ ਤੋਂ ਵੱਧ ਆਪਾਂ ਜਿਹੜਾ ਆਪਣਾ ਸੰਵਿਧਾਨ ਹੈਗਾ। ਠੀਕ ਹੈ ਜੀ।
ਸਿਧਾਂਤ ਆਪਾਂ ਯੂਪੀ ਤੋਂ ਲਿੱਤਾ। ਤੇ ਸਾਰੇ ਪੋਲੀਸ਼ਨ ਕਲੀਅਰ ਆ ਬੱਚੋ, ਤੇ ਧਿਆਨ ਨਾਲ ਲਾਉਣਾ ਲੈਕਚਰ। ਤੇ ਇੱਕ ਵਾਰੀ ਫਿਰ ਨਿਗਾਹ ਮਾਰ ਲਓ ਜੇ ਮਾਰਨੀ ਹੈ ਜੀ, ਠੀਕ ਹੈ। ਚੰਗੀ ਤਰ੍ਹਾਂ ਲਾ ਲਿਓ ਸਾਰਾ ਲੈਕਚਰ। ਇਹ ਮੈਥ ਦਾ ਤੁਹਾਡੇ ਕੋਲ ਪਹੁੰਚ ਚੁੱਕਿਆ ਹੈਗਾ, ਉਹ ਵੀ ਲਾ ਲਿਓ। ਇੱਕ ਮੈਂ ਤੁਹਾਡੇ ਅੱਜ ਟਾਈਮ ਟੇਬਲ ਦੀ ਵੀਡੀਓ ਬਣਾ ਕੇ ਦੇਵਾਂ ਯਾਰ, ਬੱਚਿਆਂ ਦੇ ਬਹੁਤ ਮੈਸੇਜ ਆ ਰਹੇ ਨੇ, ਤੁਹਾਨੂੰ ਪਤਾ ਨਹੀਂ ਲੱਗਦਾ ਕਿਵੇਂ ਪੜ੍ਹਨਾ ਹੈਗਾ, ਅਤੇ ਵੇਟ ਕਰੋ ਘੰਟਾ 2 ਘੰਟੇ। ਅਤੇ ਜਿਹੜੀ ਤੁਹਾਡੀ ਫਿਜ਼ੀਕਲ ਦੀ ਵੀਡੀਓ ਭਾਈ, ਉਹ ਮੈਂ ਬਣਾਊਂਗਾ 9 ਜਾਂ 10 ਤਰੀਕ ਨੂੰ, ਪੱਕਾ ਬਣਾਊਂਗਾ, 100% ਬਣਾਊਂਗਾ। ਅੱਧੇ ਬੱਚੇ ਕਹਿ ਰਹੇ ਸੀ, ਇੱਕ ਬੱਚੇ ਦਾ ਸੰਗਰੂਰ ਤੋਂ ਮੈਸੇਜ ਆਇਆ ਸੀ, ਕਹਿੰਦੇ ਤੁਸੀਂ ਵੀਡੀਓ ਤੁਹਾਡੀ ਔਖੀ ਬਣੂਗੀ। ਅਤੇ ਕੋਈ ਗੱਲ ਨਹੀਂ ਪੁੱਤਰੋ, ਵੀਡੀਓ ਤੁਹਾਡੀ ਬਣਾ ਦਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਅਤੇ ਚਲੋ ਜੀ, ਸਾਰਿਆਂ ਨੂੰ ਵੀਡੀਓ ਲਾਈਕ ਕਰ ਦਿਓ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਅਤੇ ਹੁਣ ਆਪਣਾ ਲੈਕਚਰ ਅਗਲਾ ਥੋੜ੍ਹੇ ਟਾਈਮ ਤੱਕ ਲਾਉਣੇ ਆਪਾਂ।